मेरे मालिक सियासतदानों से अब खौफ आता है, जो आता है कमाता है, डराता है चला जाता है। मसलन कि किस तरह की मतलब कि भी ਮਸਲਨ ਤੁਸੀਂ ਉੱਥੇ ਕੂੜਾ ਚੁੱਕਦੇ ਸੀ, ਮੇਰਾ ਖਿਆਲ ਕੀ ਕਰਦੇ ਸੀ ਤੁਸੀਂ ਫੈਸਲਾਬਾਦ ਮਾਈ ਦੀ ਝੁੱਗੀ ਦੇ ਬਾਹਰ? ਹਾਂ ਕੋਈ ਰੂੜੀ ਮੇਰਾ ਖਿਆਲ ਕਾਗਜ਼ ਇੱਕ ਤਾਂ ਫਿਰ ਸਾਫ ਸੂਫ ਹੋ ਗਿਆ ਬੈਠਾ ਨਾ ਮੇਰੇ ਕੋਲ ਲੱਗਦਾ ਬੇਟਾ। ਹਾਂ ਨਹੀਂ ਲੱਗਦਾ ਨਹੀਂ ਬੇਟਾ, ਕਮੈਂਟ ਵਿੱਚ ਦੱਸਣਾ ਨਹੀਂ ਲੱਗਦਾ। ਬੇਟੇ ਤੇਰੇ ਵਰਗੇ ਮੁੰਡੇ ਜਿਹੜੇ ਨੇ ਨਾ ਨਾਲੀਆਂ 'ਚ ਹੱਥ ਮਾਰ ਕੇ ਫਖਰ ਨਾਲ ਫਿਰਦੇ ਹੁੰਦੇ ਨੇ, ਅੱਜ ਮੈਂ ਯਾਸ਼ੀ ਕਰ ਰਿਹਾ। ਜ਼ਾਹਿਰ ਜੀ ਗੱਲ ਓਏ ਨਹੀਂ ਹੈ, ਚੈਨਲ ਵੀ ਇਹ ਕਰੋ ਆਪਣੀ ਮਸ਼ਹੂਰੀ ਕਰੋ ਮਸ਼ਹੂਰੀ ਕਰੋ। ਤਾਹਿਰ ਨੁਸ਼ਾਦ ਸਟੂਡੀਓ ਬੇਟਾ, ਤੂੰ ਆਪਣੇ ਚੈਨਲ ਤੇ ਮਸ਼ਹੂਰੀ ਆ। ਮੈਂ ਵੀਡੀਓ ਵੇਖਣਾ ਤੁਹਾਡੀ ਵੀਡੀਓ ਮੈਂ ਦੇਖ 20,000 ਦੇ ਦੇਣਾ ਇੰਟਰਵਿਊ ਦਾ। ਨੋਟੀ ਮਜ਼ਾਕ ਕਰਦੇ, ਨੋਟ ਵੀ ਕੱਢੀ ਦਿੰਦੇ ਨੋਟ ਬਚਪਨ ਕਮਾਉਂਦੇ ਨਹੀਂ ਰਹੇ, ਉਹ ਫੜ ਕੇ ਬੂਤ ਦਿਲਾਈ ਖੈਰ। ਅਸਲਾਮ ਵਾਲੇਕੁਮ ਨਾਜ਼ਰੀਨ, ਜਨੂਨ ਦੇ ਨਾਲ ਮੈਂ ਹਾਂ ਤੁਹਾਡਾ ਆਪਣਾ ਮੇਜ਼ਬਾਨ ਮਨਸੂਰ ਅਲੀ ਤੇ ਤੁਸੀਂ ਵੇਖਦੇ ਪਏ ਹੋ ਜਨੂਨ ਨਿਊਜ਼ ਨੈਟਵਰਕ। ਕਿਹਦੇ ਆਪਣੇ ਤੁਸੀਂ ਜਨਾਬ ਪਹਿਲੇ ਇਹ ਤਾਂ ਕਨਫਰਮ ਕਰ ਦਿਓ। ਤੁਹਾਡੇ ਆਪਣੇ, ਸਭ ਦੇ ਆਪਣੇ, ਉਹਨਾਂ ਦੇ ਆਪਣੇ, ਸਾਡੇ ਆਪਣੇ। ਕਦੇ ਉਹਨਾਂ ਨੂੰ ਜਾ ਕੇ ਤੁਸੀਂ ਪੁੱਛਿਆ ਕਿ ਕਿਸ ਹਾਲ 'ਚ ਰਹਿ ਰਹੇ ਹੋ? ਉਹ ਜਿਹੜੇ ਵੇਖਦੇ ਨੇ ਉਹਨਾਂ ਨੂੰ ਪਤਾ ਕਿ ਸਾਡਾ ਆਪਣਾ ਹੈਗਾ। ਤੇਰੇ ਵਰਗੇ ਮੁੰਡੇ ਵੱਲੋਂ ਸਿਰਫ ਇੰਨਾ ਹੀ ਕਨਫਰਮ ਹੁੰਦਾ ਕਿ ਭਾਜੀ ਕਸਮ ਬਹੁਤ ਅੱਛੀ ਚੁੱਕਦਾ ਹੈ। ਤੇ ਇਤਬਾਰ ਵੀ ਤੇ ਉਦੋਂ ਹੀ ਹੁੰਦਾ ਹੈ ਨਾ। ਨਹੀਂ ਇਤਬਾਰ ਅਸਲ 'ਚ ਜਿੱਥੇ ਵੀ ਰੋਲਾ ਪਿਆ ਹੋਵੇ ਨਾ, ਮੈਂ ਆਪੀ ਜਾ ਕੇ ਪਹਿਲੇ ਕਸਮ ਚੁੱਕ ਲੈਣਾ, ਬਾਅਦ 'ਚ ਵੀ ਤੇ ਚੁੱਕਣੀ ਪੈਂਦੀ ਹੈ ਨਾ। ਹਾਂ ਝੂਠਾ ਸੀ ਪੈਣਾ। ਤੇਰੇ ਵਰਗਾ ਮੁੰਡਾ ਸਿਰਫ ਕਸਮ ਚੁੱਕਦਾ ਹੁੰਦਾ, ਜ਼ਿੰਮੇਵਾਰੀ ਕੋਈ ਨਹੀਂ ਚੁੱਕਦਾ ਹੁੰਦਾ। ਕਸਮ ਚੁੱਕ ਕੇ ਮੈਨੂੰ ਖੱਲੀਆਂ ਪੈ ਜਾਂਦੀਆਂ। ਹਾਂ ਖੱਲੀਆਂ ਵੀ ਤੇ ਪੈਣੀਆਂ ਨੇ ਨਾ ਜ਼ਿਆਦਾ, ਤੇਰੇ ਲਈ ਤਾਂ ਉਹ ਵੀ ਜ਼ਿਆਦਾ ਹੈ। ਹੋਰ ਤੂੰ ਕੀ ਕੰਮ ਕਰਦਾ ਹੋਗਾ ਜਿਹਨੂੰ ਕਸਮ ਚੁੱਕ ਕੇ ਵੀ ਖੱਲੀਆਂ ਪੈ ਜਾਂਦੀਆਂ ਨੇ? ਅਸਲ 'ਚ ਖੁਰਾਕਾਂ ਨਹੀਂ ਨਾ ਖਾਧੀਆਂ ਤੁਸੀਂ, ਮਾਸ਼ਾਅੱਲਾ ਚਾਂਪਾ ਚੁੰਪਾ ਖਾਂਦੇ ਰਹਿੰਦੇ ਤੇ ਹਾਂ ਚਾਂਪਾ। ਅੱਜ ਉਮੀਦ ਹੈ ਤੁਸੀਂ ਸਾਨੂੰ ਵੀ ਖਵਾਓਗੇ। ਨਹੀਂ ਠਾਪਾ ਠੂਪਾ ਖਾ ਲਿਆ ਕਰੋ ਪਰ ਚਾਂਪਾ ਨਹੀਂ ਬੜੀ ਮਿਹਰਬਾਨੀ। ਨਾਜ਼ਰੀਨ ਤੁਸੀਂ ਸਮਝਦੇ ਗਏ ਹੋਗੇ ਕਿ ਕਿਹੜੀ ਸ਼ਖਸੀਅਤ, ਕਿਹੜੀ ਪਰਸਨੈਲਿਟੀ ਸਾਡੇ ਨਾਲ ਮੌਜੂਦ ਨੇ। ਥੀਏਟਰ ਤੇ ਕਾਮੇਡੀ ਦੀ ਜਾਨ ਹੈ, ਜਾਨ ਜਦੋਂ ਤੱਕ ਇਹ ਨਾ ਹੋਣ ਜਾਨ ਪੈਂਦੀ ਨਹੀਂ ਥੀਏਟਰ ਦੀ ਦੁਨੀਆ 'ਚ, ਉਹ ਜੁਗਤ ਵਿੱਚੋਂ ਜਾਨ ਨਹੀਂ ਪੈਂਦੀ। ਫੈਸਲਾਬਾਦ ਵਿੱਚ ਪੈਦਾ ਹੋਏ, ਕਿਹੜੇ ਕੋ ਪੈਦਾ ਹੋਏ ਸੀ? ਇੰਨੇ ਕੋ ਪੈਦਾ ਹੋਏ। ਉਸ ਤੋਂ ਬਾਅਦ ਮਾਈ ਦੀ ਝੁੱਗੀ ਫੈਸਲਾਬਾਦ ਦੀ, ਸਾਰੇ ਉਹਨੇ ਕੀ ਪੈਦਾ ਹੁੰਦੇ ਨੇ। ਤੂੰ ਕਿਹੜਾ 14 ਸਾਲਾਂ ਦਾ ਹੋ ਕੇ ਪੈਦਾ ਹੋਇਆ ਸੀ? ਅਸਲ 'ਚ ਉਹ ਪਤਾ ਕੀ ਗੱਲ ਹੈ, ਵੱਡੇ ਹੋ ਕੇ ਫਿਰ ਇੱਕ ਨਾਮ ਬਣ ਜਾਂਦਾ ਹੈ। ਤੇ ਤੁਸੀਂ ਮਾਸ਼ਾਅੱਲਾ ਜਦੋਂ ਪੈਦਾ ਹੀ ਹੋਏ ਉਦੋਂ ਹੀ ਪਤਾ ਲੱਗ ਗਿਆ ਹੋਣਾ ਕਿ ਸਟਾਰ ਬਣਨਾ। ਨਹੀਂ ਅੱਲਾਹ ਤਾਲਾ ਦੀ ਜ਼ਾਤ ਦਾ ਕਰਮ ਹੁੰਦਾ, ਬਾਕੀ ਇਹ ਮੁਕੱਦਰ ਹੁੰਦੇ ਨੇ। ਇਹ ਗੱਲਾਂ ਬਾਅਦ 'ਚ ਕਰਾਂਗੇ, ਪਹਿਲੇ ਮੈਂ ਤੁਹਾਡਾ ਨਾਮ ਦੱਸ ਦਵਾਂਗਾ। ਹਾਂਜੀ ਦੱਸੋ। ਤਾਹਿਰ ਨੁਸ਼ਾਦ ਸਾਹਿਬ, ਕਾਮੇਡੀ ਕਿੰਗ। ਫੈਸਲਾਬਾਦ ਤੋਂ ਕਾਮੇਡੀ ਦਾ ਆਗਾਜ਼ ਕੀਤਾ, ਟੁਰਦੇ ਸ਼ੇਖੂਪੁਰੇ ਆਏ, ਸ਼ਦਰੇ ਆ ਕੇ ਰੁਕੇ, ਉੱਥੇ ਵੀ ਥੀਏਟਰ ਕੀਤਾ, ਲਾਹੌਰ ਚ ਆ ਕੇ ਫੱਟੇ ਚੱਕ ਦਿੱਤੇ। ਤਾਹਿਰ ਨੁਸ਼ਾਦ ਸਾਹਿਬ ਅਸਲਾਮ ਵਾਲੇਕੁਮ। ਤੈਨੂੰ ਹਰ ਸਟਾਫ ਦਾ ਪਤਾ, ਤੂੰ ਬੱਸਾਂ 'ਚ ਸੌਦਾ ਵੇਚਦਾ ਰਿਹਾ? ਮੈਂ ਠੀਪੇ ਵੇਚਦਾ। ਅੱਛਾ ਸ਼ੇਖੂਪੁਰੇ ਆਏ ਫਿਰ ਸ਼ਦਰੇ ਆਏ। ਅਸਲ 'ਚ ਉੱਥੇ ਮੈਂ ਠੀਪੇ ਵੇਚਦਾ ਰਿਹਾ। ਅੱਛਾ ਕੀ ਹਾਲ ਚਾਲ ਹੈ ਤੁਹਾਡਾ? ਅਲਹਮਦੁਲਿਲਾ ਬੜਾ ਅੱਲਾਹ ਦਾ ਕਰਮ। ਅੱਛਾ ਥੀਏਟਰ ਖੁੱਲ ਗਏ, ਸਭ ਤੋਂ ਪਹਿਲੇ ਤੇ ਮੁਬਾਰਕਬਾਦ ਦੇਵਾਂਗੇ। ਕਿਵੇਂ ਗੁਜ਼ਾਰਾ ਕੀਤਾ, ਕਿਵੇਂ ਰਹੇ ਤੁਸੀਂ, ਕਿਸ ਤਰ੍ਹਾਂ ਆਪਣੇ ਆਪ ਨੂੰ ਮੈਨੇਜ ਕੀਤਾ? ਕਿਉਂਕਿ ਦਿਮਾਗ ਜਦੋਂ ਤੱਕ ਰਾਂਚੇ ਰਵੇ ਮੇਰਾ ਖਿਆਲ ਉਦੋਂ ਤੱਕ ਚੱਲਦਾ ਰਹਿੰਦਾ ਹੈ। ਤੁਸੀਂ ਆਪਣੇ ਆਪ ਨੂੰ ਕਿਸ ਤਰ੍ਹਾਂ? ਜਦੋਂ ਅੱਲਾਹ ਤਾਲਾ ਦੀ ਜ਼ਾਤ ਨੇ ਰਿਜ਼ਕ ਜਿਹੜਾ ਨਾ ਉਹ ਅੱਲਾਹ ਤਾਲਾ ਨੇ ਦੇਣਾ। ਜੀ ਬਿਲਕੁਲ। ਜਿਹੜਾ ਤੁਹਾਡੇ ਮੁਕੱਦਰਾਂ ਦਾ ਹੈ, ਫਿਰ ਦੂਸਰੇ ਟਾਈਮ ਤੇ ਇਹੋ ਜਿਹੀ ਜਗ੍ਹਾ ਤੇ ਇਹੋ ਜਿਹੇ ਟਾਈਮ ਤੇ ਬੰਦੇ ਨੇ ਜਿਹੜਾ ਕੁਝ ਸੇਵ ਕੀਤਾ ਹੁੰਦਾ, ਉਹ ਕੁਝ ਯਾਨੀ ਕਿ 100 ਭੈਣ ਭਰਾ ਰਿਸ਼ਤੇਦਾਰ ਦੋਸਤ ਯਾਰ ਨਾਲ ਹੁੰਦੇ ਨੇ। ਉਹ ਬਾਕੀ ਅੱਲਾਹ ਤਾਲਾ ਦੀ ਜ਼ਾਤ ਨੇ ਰਿਜ਼ਕ ਦੇਣਾ ਹੁੰਦਾ ਬਿਲਕੁਲ। ਤੇ ਅੱਲਾਹ ਨੇ ਕੋਈ ਯਾਨੀ ਕਿ ਸ਼ੁਕਰ ਅਲਹਮਦੁਲਿਲਾ ਪਰੇਸ਼ਾਨੀ ਨਹੀਂ ਆਉਣ ਦਿੱਤੀ। ਬਾਕੀ ਇਹ ਵੇ ਕਿ ਹਾਲਾਤ ਤੇ ਸਭ ਨੂੰ ਹੀ ਪਤਾ ਕਿ ਕੀ ਸਾਰੇ ਬਿਲਕੁਲ ਬਹੁਤ ਖਰਾਬ ਹਾਲਾਤ ਨੇ। ਤੇ ਅਗਰ ਤੁਸੀਂ ਅੱਛੇ ਹਾਲਾਤ ਕੱਢਦੇ ਹੋ, ਕਿਸੇ ਟਾਈਮ ਔਖੇ ਹਾਲਾਤ ਵੀ ਆ ਜਾਂਦੇ। ਜੀ ਬਿਲਕੁਲ। ਅੱਛਾ ਜੈਸਾ ਕਿ ਥੀਏਟਰ ਤੇ ਤੁਹਾਡੀ ਸ਼ੋਹਰਤ ਦੀ ਜਿਹੜੀ ਮਜ਼ੀਦ ਖਾਸ ਵਜ੍ਹਾ ਬਣੀ, ਇੱਕ ਸਬਜ਼ੀ ਹੈ, ਕੀ ਨਾਮ? ਛੱਡ ਦੇ ਯਾਰ ਇਸ ਗੱਲ ਨੂੰ, ਕਿਸੇ ਟਾਈਮ ਹੋ ਜਾਂਦਾ। ਅੱਛਾ ਤੁਸੀਂ ਮੈਨੂੰ ਕਿਹਾ ਸੀ, ਸੌਰੀ, ਮੈਂ ਕੱਦੂ ਦਾ ਨਾਮ ਬਿਲਕੁਲ ਨਹੀਂ ਲੈਣਾ, ਕੱਦੂ ਅਸੀਂ ਬਿਲਕੁਲ ਵੀ ਨਹੀਂ ਕਹਿਣਾ। ਥੀਏਟਰ ਤੇ ਅੰਨੇ ਟਿੰਡੇ ਵਰਗਾ ਮੂੰਹ ਹੈ ਬੇਟਾ, ਮੈਂ ਤੈਨੂੰ ਇਹ ਕਹਿ ਰਿਹਾ। ਇਹ ਤਾਂ ਖੈਰ ਇੱਕ ਡਰਾਮੇ ਦੇ ਵਿੱਚ ਐਵੇਂ ਛੇੜ ਬਣੀ ਸੀ। ਅੱਛਾ ਛੇੜ ਬਣ ਗਈ, ਤੁਸੀਂ ਕਿਉਂ ਚਿੜਦੇ ਹੋ ਫਿਰ? ਕੱਦੂ ਐਸਾ ਕੀ? ਕੱਦੂ ਕਿਉਂ? ਲੋਕੀ ਤੁਹਾਨੂੰ ਕੱਦੂ ਕਹਿੰਦੇ ਨੇ, ਮੈਂ ਤੁਹਾਨੂੰ ਕੱਦੂ ਕਹਿਣਾ ਹੀ ਨਹੀਂ। ਤੂੰ ਅੱਬੂ ਕਹਿ ਲਿਆ ਕਰ। ਅੱਬੂ ਕਿਉਂ ਕਹਾਂ? ਕਿਉਂ? ਕਿਵੇਂ? ਕਿਉਂ? ਨਹੀਂ ਤੁਸੀਂ ਵੱਡੇ ਭਰਾ ਹੋ, ਜਗ੍ਹਾ ਹੀ ਪੂਰ ਕਰਨੀ ਹੈ ਨਾ। ਨਹੀਂ ਜਗ੍ਹਾ ਕਿਉਂ ਪੂਰ ਕਰੀਏ? ਉਂਝ ਤਾਂ ਮੈਂ ਫਿਰ ਡਰਾਮੇ ਵਾਲੀਆਂ ਗੱਲਾਂ ਕਰਦੀਆਂ ਨੇ ਨਾ। ਅੱਛਾ ਚਲੋ ਅਸੀਂ ਹੁਣ ਜ਼ਰੂਰ ਪੁੱਛਾਂਗੇ ਕਿ ਇਹ ਛੇੜ ਕਿਵੇਂ ਪਈ, ਕਿਸ ਤਰ੍ਹਾਂ ਮਤਲਬ ਸ਼ੁਰੂ ਕਿਵੇਂ? ਇੱਕ ਡਰਾਮੇ ਦੇ ਵਿੱਚ ਇਫਤਖਾਰ ਠਾਕੁਰ ਸਾਹਿਬ ਆਏ ਸਨ, ਯਾਨੀ ਬਾਹਰ ਗਏ ਸਨ
ਤੇ ਉਹ ਚੱਲਦੇ ਡਰਾਮੇ 'ਚ ਆਏ ਤੇ ਉਹਨਾਂ ਨੇ ਕਿਹਾ ਯਾਰ ਮੈਂ ਕੀ ਰੋਲ ਕਰਾਂ, ਅੱਛਾ ਕਿਹਦੇ ਨਾਲ ਐਂਟਰੀ ਕਰਾਂ, ਤੇ ਉਹ ਇਸ ਤਰ੍ਹਾਂ ਡਿਸਕਸ ਹੋ ਰਹੀ ਸੀ ਤੇ ਮੈਂ ਕਿਹਾ ਹਾਈ ਸਾਹਿਬ ਮੈਂ ਉੱਥੇ ਖੜਾ ਹੋਵਾਂਗਾ ਤੇ ਤੁਸੀਂ ਆਣਾ ਤੇ ਤੁਸੀਂ ਆ ਕੇ ਕਹਿਣਾ ਕਿ ਯਾਰ ਦੇਖੋ ਉਹ ਕੱਦੂ ਇੰਨੇ ਮਹਿੰਗੇ ਹੋ ਗਏ ਨੇ ਯਾਰ, ਅੱਛਾ ਤੇ ਮੈਂ ਗੋਖੇ ਜਾਗਾ ਕਿ ਯਾਰ ਇਹ ਨਾਂ ਨਹੀਂ ਲੈਣਾ। ਅੱਛਾ ਹਾਂ ਮੈਂ ਇਹ ਨਹੀਂ ਮੈਂ ਕਿਹਾ ਇਹ ਕਹਿਣਾ, ਤੇ ਕਿਉਂਕਿ ਪਿੰਡ 'ਚ ਮੇਰੀ ਛੇੜ ਹੈਗੀ ਸੀ ਤੇ ਉਹ ਫਿਰ ਮੈਂ ਕਿਹਾ ਤੁਸੀਂ ਅੱਗੇ ਫੜ ਲੈਣੀ ਇਹ ਗੱਲ। ਅੱਛਾ ਉਹ ਠਾਕਰ ਸਾਹਿਬ ਨੇ ਉਹ ਮੇਰੀ ਛੇੜ ਬਣਾ ਲਈ ਡਰਾਮੇ 'ਚ। ਅੱਛਾ ਉਹ ਹੌਲੀ ਹੌਲੀ ਕੀ ਹੋ ਗਿਆ ਕਿ ਸਾਰੀ ਕਾਸਟ ਦੇ ਲੋਕ ਯਾਨੀ ਕਹਿ ਰਹੇ ਨੇ। ਅੱਛਾ ਤੇ ਮੈਂ ਕਿਹਾ ਲਓ ਜੀ ਇਹ ਵੇਖ ਕੇ ਵੀ ਹੁਣ ਵੀਡੀਓ ਬਣ ਗਈ। ਉਹ ਵੀਡੀਓ ਡਰਾਮੇ ਦੇ ਵਿੱਚ ਕਿਧਰੇ ਇੰਨਾ ਕੁ ਹੋ ਗਿਆ ਕਿ ਉਹ ਵੀਡੀਓ ਵਾਇਰਲ ਹੋ ਗਿਆ। ਹਾਂਜੀ ਠੀਕ ਹੈ ਜੀ। ਉਹ ਫਿਰ ਇਹ ਹੋਇਆ ਕਿ ਜਿੱਥੇ ਵੀ ਜਾਈਦਾ ਆਵਾਜ਼ ਪੈ ਜਾਂਦੀ ਹੈ। ਤੇ ਜਿਵੇਂ ਮੈਂ ਬਹਿਰੀਨ ਸਾਡੀ ਲਾਈਫ ਦੇ ਵਿੱਚ ਅਸੀਂ ਇੱਕੋ ਹੀ ਡਰਾਮਾ ਹੋਇਆ ਔਰ ਉਹ ਅਸੀਂ ਕਰਨ ਗਏ ਸਾਂ। ਨਸੀਮ ਵਿੱਕੀ ਸਾਹਿਬ ਸਾਡੇ ਬੜੇ ਅੱਛੇ ਰਾਈਟਰ ਡਾਇਰੈਕਟਰ ਨੇ, ਤੁਹਾਨੂੰ ਪਤਾ ਉਹਨਾਂ ਦਾ ਡਰਾਮਾ ਸੀ। ਅਸੀਂ ਬਹਿਰੀਨ ਕਰਨ ਗਏ ਸਾਂ 3 ਦਿਨ। ਅੱਛਾ ਉਸ ਡਰਾਮੇ ਦੇ ਵਿੱਚ ਮੈਂ ਇੰਟਰ ਹਾਲੀ ਹੋਇਆ ਜਦੋਂ ਕਿ ਪਹਿਲੀ ਵਾਰੀ ਡਰਾਮਾ ਉੱਥੇ ਹੋ ਰਿਹਾ। ਅੱਛਾ ਤੇ ਉੱਥੇ ਵੜਦੇ ਵੀ ਮੈਨੂੰ ਆਵਾਜ਼ ਲੱਗ ਗਈ। ਮੈਂ ਕਿਹਾ ਯਾਰ ਇਹ ਇੱਥੇ ਵੀ ਲੋਕਾਂ ਨੂੰ ਪਤਾ, ਕਹਿੰਦੇ ਯਾਰ ਵੀਡੀਓ ਵਾਇਰਲ ਹੋਇਆ। ਤੇ ਉਹ ਇਹ ਵੀ ਕਿ ਕਈ ਵਾਰੀ ਐਸਾ ਹੋ ਜਾਂਦਾ ਕਿ ਐਂਟਰੀ ਕਰਨਾ ਵੀ ਮੁਸ਼ਕਲ ਹੋ ਜਾਂਦਾ। ਅੱਛਾ ਤੁਸੀਂ ਵਾਕਈ ਚਿੜਦੇ ਹੋ ਕਿ ਸਿਰਫ ਐਕਟਿੰਗ ਦੀ ਹੱਦ ਤੱਕ ਤੁਸੀਂ ਚਿੜਨਾ? ਐਕਟਿੰਗ ਦੀ ਹੱਦ ਤੱਕ ਏਡੀ ਜ਼ਿੰਦਗੀ 'ਚ ਯਾਦ ਰੱਖੋ, ਛੇੜ ਉਦੋਂ ਬਣਦੀ ਹੈ ਜਦੋਂ ਬੰਦਾ ਖੁਦ ਛੇੜਦਾ ਹੈ। ਬਿਲਕੁਲ। ਨਹੀਂ ਤੇ ਜ਼ਿੰਦਗੀ 'ਚ ਯਾਦ ਰੱਖੋ ਕੋਈ ਵੀ ਛੇੜ ਜਦੋਂ ਬੰਦਾ ਖਿੱਚਦਾ ਨਾ ਆਪ ਤੇ ਉਦੋਂ ਫਿਰ ਛੇੜ ਵੱਧਦੀ ਹੈ। ਤੇ ਇਹ ਮੇਰੀ ਡਰਾਮੇ ਦੀ ਹੱਦ ਤੱਕ ਸੀ। ਤੇ ਉਂਝ ਮੇਰੀ ਮਤਲਬ ਕਿ ਕੋਈ ਇਹਦੇ ਨਾਲ ਖਿੱਚ ਨਹੀਂ ਹੁੰਦੀ। ਮੈਨੂੰ ਡਰਾਮੇ ਦੇ ਵਿੱਚ ਉਹਦੇ ਨਾਲ ਇਹ ਬੰਦਾ ਹੋਰ ਜ਼ਰਾ ਐਂਟਰਟੇਨ ਹੋਣ ਦਾ ਮੌਕਾ ਆਵਾਮ ਨੂੰ ਬਹੁਤਾ ਮਿਲ ਜਾਂਦਾ ਹੈ। ਅੱਛਾ ਤੁਸੀਂ ਮਾਸ਼ਾਅੱਲਾ ਫੈਸਲਾਬਾਦ ਤੋਂ ਸ਼ੁਰੂ ਕੀਤਾ, ਲਾਹੌਰ ਤੱਕ ਦਾ ਸਫ਼ਰ, ਲਾਹੌਰ ਤੋਂ ਬਾਅਦ ਤੁਸੀਂ ਬਾਹਰ ਦੇ ਮੁਲਕ ਦਾ ਸਫ਼ਰ, ਕਿਸ ਤਰ੍ਹਾਂ ਤੁਸੀਂ ਆਪਣੇ ਆਪ ਨੂੰ ਕਿਸ ਤਰ੍ਹਾਂ ਮਹਿਸੂਸ ਕਰਦੇ ਹੋ? ਮਸਲਨ ਕਿ ਕਿਸ ਤਰ੍ਹਾਂ ਕੀ ਮਤਲਬ ਕਿ ਵੀ ਮਸਲਨ ਤੁਸੀਂ ਉੱਥੇ ਕੂੜਾ ਚੁੱਕਦੇ ਸੀ, ਮੇਰਾ ਖਿਆਲ ਕੀ ਕਰਦੇ ਸੀ ਤੁਸੀਂ ਫੈਸਲਾਬਾਦ ਮਾਈ ਦੀ ਝੁੱਗੀ ਦੇ ਬਾਹਰ? ਹਾਂ ਰੂੜੀ ਮੇਰਾ ਖਿਆਲ ਕੂੜਾ ਚੁੱਕਦੇ ਸੀ। ਇੱਕ ਤਾਂ ਫਿਰ ਸਾਫ਼ ਸੂਫ ਹੋ ਗਿਆ ਬੈਠਾ ਨਾ ਮੇਰੇ ਕੋਲ ਲੱਗਦਾ ਬੇਟਾ। ਨਹੀਂ ਲੱਗਦਾ ਨਹੀਂ ਬੇਟਾ, ਕਮੈਂਟ ਵਿੱਚ ਦੱਸਣਾ ਨਹੀਂ ਲੱਗਦਾ। ਬੇਟੇ ਤੇਰੇ ਵਰਗੇ ਮੁੰਡੇ ਜਿਹੜੇ ਨੇ ਨਾ ਨਾਲੀਆਂ 'ਚ ਹੱਥ ਮਾਰ ਕੇ ਫਖਰ ਨਾਲ ਫਿਰਨ ਦੇ ਹੁੰਦੇ ਨੇ। ਅੱਜ ਮੈਂ ਯਾਸ਼ੀ ਕਰ ਰਿਹਾ। ਜ਼ਾਹਿਰ ਜੀ ਗੱਲ ਓਏ ਨਹੀਂ ਓਏ ਕੀ ਹੋ ਗਿਆ ਜੀ? ਤੂੰ ਕਿਹੜੀ ਗੱਲ ਕਰਨ ਦੇ ਆ? ਨਹੀਂ ਮੇਰਾ ਮਤਲਬ ਇਹ ਤੁਸੀਂ ਮਤਲਬ ਹੁਣ ਮੈਨੂੰ ਜੁਗਤ ਮਾਰ ਰਹੇ ਹੋ, ਮਜ਼ਾਕ ਕਰਦੇ ਪਏ ਹੋ। ਇਹ ਤਾਂ ਸ਼ੁਗਰ ਸੀ। ਸ਼ੁਕਰ ਨਹੀਂ ਅੱਲਾ ਦਾ ਤੈਨੂੰ ਜੁਗਤਾਂ ਹੀ ਵੱਜਣ ਦੀਆਂ। ਹਾਲਾਂ ਤੈਨੂੰ ਜੁੱਤੀ ਮਾਰਨ ਤੇ ਦਿਲ ਨਹੀਂ ਕਰਦਾ। ਅਗਲਾ ਸੋਚਦਾ ਯਾਰ ਮੈਂ ਜੁੱਤੀ ਖਰਾਬ ਹੀ ਕਰਨੀ ਹੈ। ਅੱਛਾ ਨਹੀਂ ਤੁਸੀਂ ਮਤਲਬ ਕਦੀ ਸੋਚਿਆ ਸੀ ਐਡੇ ਵੱਡੇ ਸੁਪਰਸਟਾਰ ਬਣ ਜਾਓਗੇ ਤੇ ਕਦੋਂ ਮਤਲਬ ਨਹੀਂ ਪਕਾਣੇ? ਇਹ ਅੱਲਾਹ ਤਾਲਾ ਦਾ ਕਰਮ ਹੁੰਦਾ, ਬੰਦੇ ਨੂੰ ਪਤਾ ਤਾਂ ਨਹੀਂ ਹੁੰਦਾ। ਜਦੋਂ ਅੱਲਾਹ ਤਾਲਾ ਦੀ ਜ਼ਾਤ ਨੇ ਬੜੀ ਸ਼ੇਰਮੀ ਅੰਦਾਜ਼ ਨਾਲ ਨੇ ਬੜੀ ਅੱਛੀ ਗੱਲ ਕੀਤੀ ਕਿ ਜਦੋਂ ਅੱਲਾਹ ਤਾਲਾ ਦੀ ਜ਼ਾਤ ਨੇ ਕਿਸੇ ਦੇ ਬੱਚਿਆਂ ਤੇ ਕਰਮ ਕਰਨਾ ਹੋਵੇ ਨਾ ਤਾਂ ਉਹ ਉਹਦੇ ਵੱਲ ਧਿਆਨ ਪਵਾ ਦਿੰਦਾ। ਬਿਲਕੁਲ। ਤੇ ਜਦੋਂ ਅੱਲਾਹ ਤਾਲਾ ਦੀ ਜ਼ਾਤ ਨੇ ਤਰਸ ਖਾਣਾ ਹੁੰਦਾ ਨਾ ਜੀ, ਉਹ ਕੋਈ ਵੀ ਇੱਕ ਲਮਹਾ ਹੁੰਦਾ। ਬਿਲਕੁਲ। ਕਿਸੇ ਦੀ ਦੁਆ, ਕਿਸੇ ਦੇ ਯਾਨੀ ਕਿ ਦੁਆ ਕੰਮ ਆ ਜਾਂਦੀ ਹੈ, ਕਿਸੇ ਦੀ ਮਿਹਨਤ ਕੰਮ ਆ ਜਾਂਦੀ ਹੈ। ਬਿਲਕੁਲ। ਬਾਕੀ ਇਹ ਵੇ ਅੱਲਾਹ ਤਾਲਾ ਦੀ ਜ਼ਾਤ ਨੇ ਜਦੋਂ ਰਹਿਮਤ ਕਰਨ ਦੀ ਕਈ ਸਾਡੇ ਤੋਂ ਪਹਿਲੇ ਦੇ ਬੜੇ ਲੋਕ ਨੇ ਐਸੇ ਜਿਹੜੇ ਸਾਡੇ ਨਾਲ ਆਏ, ਸਾਡੇ ਤੋਂ ਪਹਿਲੇ ਦੇ ਸਨ, ਉਹਨਾਂ ਨੂੰ ਵਿਚਾਰੇ ਨਾਮ ਨਹੀਂ ਕਮਾ ਸਕੇ, ਉਹ ਆਪਣੀ ਪਹਿਚਾਨ ਨਹੀਂ ਬਣਾ ਸਕੇ। ਹਾਂਜੀ ਸ਼ੁਕਰ ਅਲਹਮਦੁਲਿਲਾ, ਅੱਲਾਹ ਦਾ ਬੜਾ ਅਹਿਸਾਨ ਹੈ। ਅੱਛਾ ਤੁਸੀਂ ਮਾਸ਼ਾਅੱਲਾ ਬੜੇ ਯਾਨੀ ਕਿ ਤੁਹਾਡੇ ਸ਼ਾਗਿਰਦ ਵੀ ਨੇ ਜਿਹੜੇ ਕੰਮ ਕਰ ਰਹੇ ਨੇ ਤੇ ਅੱਲਾਹ ਤਾਲਾ ਤੁਹਾਨੂੰ ਮਜ਼ੀਦ ਕਾਮਯਾਬੀਆਂ ਦੇਵੇ। ਤੁਸੀਂ ਮਾਸ਼ਾਅੱਲਾ ਗਾਣੇ ਦਾ ਪੁੱਠ ਬੜਾ ਚੰਗਾ ਬਣਾ ਲੈਂਦੇ ਹੋ। ਜਿਹੜਾ ਗਾਣਾ ਲੇਟੈਸਟ ਆਵੇ ਉਹਦੇ ਤੇ ਕੁਛ ਨਾ ਕੁਛ ਬਣਾ ਲੈਂਦੇ ਹੋ। ਕਿਸ ਤਰ੍ਹਾਂ ਕਰ ਲੈਂਦੇ ਹੋ ਤੁਸੀਂ? ਉਹਦੀ ਗਾ ਲੈਣਾ ਤੇ ਕਰ ਲੈਣਾ। ਹੋਰ ਮਤਲਬ ਕਿ ਹੋਰ ਕਿਹੜੀ ਗੱਲ? ਨਹੀਂ ਕੁਛ ਐ ਵੀ ਤੇ ਹੁੰਦਾ ਨਾ, ਕਿਸੇ ਕੋ ਫੜ ਕੇ ਕਿਸੇ ਕੋ ਲਿਖਵਾ ਲਿਆ। ਨਹੀਂ ਇਹ ਵੀ ਤੇ ਅੱਲਾ ਦੀ ਹੀ ਅਤਾ ਹੈ ਨਾ। ਅੱਛਾ ਇਹ ਹਰ ਚੀਜ਼ ਅਕਾਊਂਟ ਹੋ ਜਾਂਦੀ ਹੈ ਰੱਬ ਦੀ ਅਤਾ 'ਚ। ਜਦੋਂ ਅੱਲਾਹ ਤਾਲਾ ਦੀ ਜ਼ਾਤ ਰਹਿਮਤ ਕਰ ਦੇਵੇ ਨਾ, ਬਿਲਕੁਲ, ਤੇ ਤੁਸੀਂ ਦੇਖੋ ਨਾ ਤੁਹਾਡੇ ਵਰਗਾ ਬੰਦਾ ਵੀ ਇੰਟਰਵਿਊ ਕਰਨ ਡਿਆ ਹੁੰਦਾ। ਅੱਲਾਹ ਦਾ ਸ਼ੁਕਰ ਹੈ, ਪਰਸਨੈਲਿਟੀ ਹੈਗੀ ਹੈ, ਰਹਿਮਤ ਹੋਵੇ। ਨਹੀਂ ਅੱਲਾਹ ਦੀ ਰਹਿਮਤ ਹੈ, ਅੱਲਾਹ ਦੀ ਰਹਿਮਤ ਹੈ। ਅੱਲਾਹ ਦੀ ਰਹਿਮਤ ਦੇ ਨਾਲ ਨਾਲ ਤੁਸੀਂ ਬੈਠ ਜੋ ਤਾਂ ਕਰ ਹੀ ਨਹੀਂ ਸਕਦਾ ਕਿਉਂਕਿ ਮੈਂ ਅੱਲਾਹ ਦੀ ਰਹਿਮਤ ਕਹਤਾ ਹੈ ਤਾਂ ਕੀ ਕਰੇਗਾ? ਬਿਲਕੁਲ ਬਿਲਕੁਲ। ਇਹ ਵੀ ਤੇਰੀ ਕਿਸਮਤ ਮਜਬੂਰੀ ਫਸ ਗਿਆ ਤੂੰ। ਫਸ ਨਹੀਂ ਗਿਆ, ਫਸਾਤਾ ਤੁਸੀਂ, ਨਹੀਂ ਤਾਂ ਮੈਂ ਲਾਣ ਲੱਗਾ ਸੀ। ਇਹ ਅੱਲਾਹ ਦੀ ਰਹਿਮਤ ਹੀ ਹੈ ਨਾ। ਤੁਸੀਂ ਦੇਖੋ ਮਾਸ਼ਾਅੱਲਾ ਤੁਸੀਂ ਹਰ ਬੰਦੇ ਨੂੰ ਆਪਣਾ ਚੈਨਲ ਬਣਾਉਣਾ ਚਾਹੀਦਾ। ਜਿਵੇਂ ਮੇਰਾ
ਚੈਨਲ ਵੀ ਇਹ ਕਰੋ ਕਰੋ ਆਪਣੀ ਮਸ਼ਹੂਰੀ ਕਰੋ ਮਸ਼ਹੂਰੀ ਕਰੋ। ਤਾਹਿਰ ਨੁਸ਼ਾਦ ਸਟੂਡੀਓ ਹਾਂ, ਬੇਟਾ ਮੈਂ ਤੁਸੀਂ video- ਆਪਣੇ ਚੈਨਲ ਦੀ ਮਸ਼ਹੂਰੀ ਆ ਮੈਂ ਵੀਡੀਓ ਵੇਖਣਾ ਤੁਹਾਡੀ ਵੀਡੀਓ ਮੈਂ ਮੈਨੂੰ ਦੇਖਣਾ। 20000 ਦੇ ਦੇਣਾ ਇੰਟਰਵਿਊ ਦਾ। ਨੋਟੀ ਮਜ਼ਾਕ ਕਰਦੇ ਨੋਟ ਵੀ ਕੱਢੀ ਦਿੰਦੇ ਨੇ। ਨੋਟ ਬਚਪਨ ਕਮਾਉਂਦੇ ਨਹੀਂ ਰਹੇ ਉਹ ਫੜ ਕੇ ਬੂਤ ਦਿਲਾਈ ਖੈਰ ਭਾਗ ਲੱਗੇ ਰਹਿ। ਉਹ ਬੇੜਾ ਤਰਜੇ ਤੇਰਾ ਅੱਲਾ ਖੈਰ ਕਰੇ। ਬੋ ਬੱਕਰਾ ਹੁੰਦਾ ਹੈ। ਚਲੋ ਬਰਲ ਗੱਲ ਇਹ ਬੱਕਰਾ ਹੁੰਦਾ। ਹਾਂ ਅੱਛਾ ਤੇਰੇ ਵਰਗੇ ਬੰਦੇ ਨਾ ਆਪਣੇ ਪੁੱਤਰ ਦੀ ਜੇਬ ਕੱਟ ਕੇ ਕਹਿਣ ਦਿੰਦੇ ਨੇ ਪੁੱਤ ਤੈਨੂੰ ਕਿੰਨੀ ਵਾਰੀ ਕਿਹਾ ਜੇਬ 'ਚ ਪੈਸੇ ਨਾ ਪਾ ਕੇ ਜਾਇਆ ਕਰ। ਇਹ ਵੀ ਇੱਕ ਵਾਰੀ ਭੈਣ ਇੱਕ ਜੁਗਤ ਲਾ ਦੇ। ਨਹੀਂ ਰਹਿਣ ਦੇ ਅੱਛਾ ਅਗਲੀ ਗੱਲ ਮੈਂ ਫੇਰ ਵੀ ਲਾਵਾਂਗਾ ਭੈਣ ਇੱਕ ਵਾਰੀ ਗਟਰ 'ਚ ਡਿੱਗ ਪਏ ਤੇ ਲੋਕੀ ਕੱਢਣ ਲੱਗੇ ਤੇ ਕਹਿੰਦੇ ਨਹੀਂ ਮੁਝੇ ਮਸਤ ਮਾਹੌਲ ਮੇਂ ਜੀਨੇ ਦੋ। ਪੁੱਤਰੇ ਅਸੀਂ 1000 ਵਾਰੀ ਡਰਾਮੇ 'ਚ ਕਰ ਚੁੱਕੇ ਸਾਡੀ ਤੁਸੀਂ ਨਹੀਂ- ਯਾਦਾਸ਼ਤ ਤੋਂ ਵਾਪਸ ਲੈ ਆਉਂਦੇ ਇਹ ਗੱਲ ਕੱਟ ਦੇਂ ਵਿੱਚ। ਇਹ ਗੱਲ ਨਾ ਕੱਟੀ ਜੇ ਗੱਲ ਕੱਟੇਗਾ ਦੁਬਾਰਾ ਤਾਂ ਮੈਂ ਨਹੀਂ ਕਰ ਲੈਣਾ ਇੰਟਰਵਿਊ। ਅੱਛਾ ਤਾਏ ਸਾਹਿਬ ਮਾਸ਼ਾਅੱਲਾ ਤੁਸੀਂ ਬੜੇ ਬੜੇ Song ਦੀਆਂ ਪੁੱਠੀਆਂ ਗੱਲਾਂ ਬਣਾਈਆਂ ਮਤਲਬ ਉਹਨੂੰ ਫਨੀ ਅੰਦਾਜ਼ 'ਚ ਪੇਸ਼ ਕੀਤਾ ਤੇ ਕੁਝ ਸਾਨੂੰ ਵੀ ਸੁਣਾ ਦਿਓ ਸਾਡੇ ਦੇਖਣ ਵਾਲਿਆਂ ਨੂੰ ਸੁਣਾ ਦਿਓ। ਮੈਂ ਯਾਨੀ ਕਿ ਬਹੁਤ ਪੈਰੋਡੀਆਂ ਬਣਾਈਆਂ ਜਿਹਦੇ ਚ ਬੇਤਹਾਸ਼ਾ। ਯਾਨੀ ਸਟੇਜ ਤੇ ਅਕਸਰ ਔਰ ਸਾਡੇ ਟਾਕ ਸ਼ੋ ਜਿਹੜੇ ਹੁੰਦੇ ਨੇ ਟੀਵੀ ਤੇ ਉਹਨਾਂ ਤੇ ਵੀ ਕਾਫੀ ਕੀਤੀਆਂ ਤੇ ਇੱਕ ਗੁਲਾਮ ਅਲੀ ਸਾਹਿਬ ਦੀ ਮੈਨੂੰ ਇਸ ਟਾਈਮ ਯਾਦ ਆਈ ਹੈ ਮੇਰੇ ਪਾਕਿਸਤਾਨ का ये देखो कैसा हाल बना डाला। ਉਹ ਜਦੋਂ ਮੈਂ ਬਣਾਈ ਸੀ ਪਰ ਉਦੋਂ 2-3 ਜਾਲੀ ਵਾਲੇ ਅਕਸਰ ਫੜੇ ਤੇ ਅੱਜ ਵੀ ਜਾਂਦੇ ਅੱਜ ਵੀ ਬੜੇ ਜਾ ਰਹੇ ਤੇ ਨੇ ਕਈ ਤਾਂ ਪੋਸਟਾਂ ਤੇ ਬੈਠੇ ਵੀ ਮੇਰੇ ਪਾਕਿस्तान का ये देखो कैसा हाल बना डाला। जाली डिग्री वालों को इन्होंने मिनिस्टर बना डाला। मेरे पाकिस्तान का ये देखो कैसा हाल बना डाला। मेरे सियासतदानों से अब खौफ आता है, जो आता है कमाता है, डराता है चला जाता है। सियासत को इन्होंने मैच फिक्सिंग ही बना डाला। मेरे पाकिस्तान का ये देखो कैसा हाल बना डाला। वाह जी वाह क्या बात है माशाल्लाह बड़ी प्यारी आवाज़ है। ਤੁਸੀਂ ਮਾਸ਼ਾਅੱਲਾ ਨਾਲ ਸਿੰਗਿੰਗ ਵੀ ਕਰਦੇ ਹੋ। ਸਿੰਗਿੰਗ ਦਾ ਖਿਆਲ ਤੁਹਾਨੂੰ ਕਿਵੇਂ ਆਇਆ? ਮਾਸ਼ਾਅੱਲਾ ਤੁਹਾਡੇ ਗਾਣੇ ਵੀ ਅੱਜਕੱਲ ਬੜੇ ਰਿਲੀਜ਼ ਹੋਏ ਨੇ। ਬਸ ਸਿੰਗਿੰਗ ਦਾ ਖਿਆਲ ਇਸ ਤਰ੍ਹਾਂ ਆਇਆ ਕਿ ਚੂੰਕਿ ਮੈਂ ਐਜ਼ ਏ ਗੁਲੂਕਾਰ ਹੀ ਇਸ ਫੀਲਡ 'ਚ ਆਇਆ ਸਾਂ ਗਾਣ ਵਾਸਤੇ। ਅੱਛਾ ਤੇ ਪੁਰਾਣੀ ਗੱਲ ਹੈ ਜ਼ਰਾ ਤੇ ਉਹ ਸ਼ੌਕ ਸੀ ਗੁਲੂਕਾਰੀ ਦਾ ਲੇਕਿਨ ਹਾਦਸਾਤੀ ਤੌਰ ਤੇ ਮੈਂ ਐਕਟਰ ਬਣ ਗਿਆ ਤੇ ਉਹ ਫਿਰ ਬਾਅਦ 'ਚੋਂ ਸਾਡੇ ਆਰਟਿਸਟ ਸੀਨੀਅਰ ਜਿੰਨੇ ਵੀ ਵੱਡੇ ਸਨ ਮਸਤਾਨਾ ਸਾਹਿਬ ਬੱਬੂ ਬਰਾਲ ਸਾਹਿਬ ਅਮਾਨੁੱਲਾ ਸਾਹਿਬ ਇਹਨਾਂ ਨੇ ਮੈਨੂੰ ਕਹਿਣਾ ਸ਼ੁਰੂ ਕਰ ਦਿੱਤਾ ਕਿ ਯਾਰ ਤੂੰ ਗਾਇਆ ਕਰ। ਅੱਛਾ ਮੈਂ ਫਿਰ ਯਾਨੀ ਕਿ ਨਾ ਐਵੇਂ ਕੋਸ਼ਿਸ਼ ਕੀਤੀ ਤੇ ਇੱਕ ਦੋ ਗਾਣੇ ਮੈਂ ਉਹ ਪ੍ਰੋਪਰ ਕਲਾਸਿਸ ਤੇ ਨਹੀਂ ਲਈਆਂ ਲੇਕਿਨ ਐਵੇਂ ਸ਼ੌਕ ਨਹੀਂ ਪੂਰਾ ਕਰਨਾ ਸਕੇ ਚਲੋ ਯਾਰ ਜੀ ਜੀ ਤੇ ਉਹ ਇਹ ਵੇ ਕਿ ਅੱਲਾ ਉਹਦੇ ਵਿੱਚ ਵੀ ਧਿਆਨ ਪਵਾ ਰਿਹਾ ਅੱਲਾ ਦਾ ਬੜਾ ਸ਼ੁਕਰ ਹੈ ਔਰ ਸਾਰੇ ਵੀਵਰਸ ਦੀ ਬੜੀ ਮਿਹਰਬਾਨੀ ਕਿ ਜਿਹੜੇ ਗਾਣੇ ਨੂੰ ਪਸੰਦ ਵੀ ਕਰਦੇ ਨੇ ਬਹੁਤ ਸ਼ੁਕਰੀਆ ਜੀ। ਨਾਜ਼ਰੀਨ ਤੇ ਮੈਂ ਨਾਲ ਤੁਹਾਨੂੰ ਮੇਰੇ ਵੱਲੋਂ ਵੀ ਥੋੜੀ ਜੀ ਰਿਕੁਐਸਟ ਹੈਗੀ ਤਾਹਿਰ ਨੁਸ਼ਾਦ ਸਟੂਡੀਓ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦੇਣਾ। ਠੀਕ ਹੋ ਗਿਆ ਮੈਂ ਕਿਹਾ ਕਿਧਰੇ ਹੀ ਨਾ ਕਦੇ ਮੇਰੇ ਵੱਲੋਂ ਰਿਕੁਐਸਟ ਹੈ ਮੈਨੂੰ ਐਤ ਕੀ ਇਮਦਾਦ ਦੇਣਾ ਵੱਡੀ ਤੇ ਗੱਲਾਂ ਮੈਨੂੰ ਦੇਣਾ ਮੈਂ ਭਾਣ ਨੂੰ ਪਹੁੰਚਾਣੀ ਹੈ। ਜੀ ਨਾਜ਼ਰੀਨ ਅੱਜ ਸਾਡੇ ਨਾਲ ਤਾਹਿਰ ਨੁਸ਼ਾਦ ਸਾਹਿਬ ਮੌਜੂਦ ਸਨ ਜੋ ਕਿ ਕਾਮੇਡੀਅਨ ਨੇ ਤੁਸੀਂ ਮਾਸ਼ਾਅੱਲਾ ਪਹਿਚਾਨਦੇ ਵੀ ਹੋ ਕਿਸੇ ਤਾਰਫ ਦੇ ਮੁਹਤਾਜ ਨਹੀਂ ਜੇ ਹੈਗੇ ਤੇ ਇਹਨਾਂ ਨਾਲ ਗੁਫ਼ਤਗੂ ਹੋਈ ਫਨ ਵੀ ਹੋਇਆ ਜੁਗਤਾਂ ਵੀ ਮਾਰੀਆਂ ਮੈਨੂੰ ਤੇ ਉਮੀਦ ਹੈ ਤੁਹਾਨੂੰ ਬੜਾ ਪਸੰਦ ਆਏਗਾ ਪ੍ਰੋਗਰਾਮ। ਇਸੇ ਦੇ ਨਾਲ ਆਪਣੇ ਮੇਜ਼ਬਾਨ ਮਨਸੂਰ ਅਲੀ ਨੂੰ ਦਿਓ ਇਜਾਜ਼ਤ। ਅੱਲਾ ਹਾਫਿਜ਼।